प्यारे किसान वीरों ते भैनों, खेती दे विच जे खर्चिਆਂ ਦਾ ਜ਼ਿਕਰ ਕਰੀਏ ਤੇ ਕਿਹਾ ਜਾਂਦਾ ਹੈ ਕਿ ਸਭ ਤੋਂ ਜ਼ਿਆਦਾ ਖਰਚਾ ਸਾਡਾ ਖਾਦਾਂ ਤੇ ਆਉਂਦਾ ਹੈ, ਰਸਾਇਣਿਕ ਖਾਦਾਂ ਤੇ ਆਉਂਦਾ ਹੈ। ਔਰ ਇਹ ਵੀ ਬਿਲਕੁਲ ਜਾਇਜ਼ ਗੱਲ ਏ ਕਿ ਖਾਦਾਂ ਦਾ ਇਸਤੇਮਾਲ ਸਾਨੂੰ ਕਰਨਾ ਹੀ ਪੈਂਦਾ, ਚੰਗਾ ਝਾੜ ਜੇ ਲੈਣਾ ਹੈ। ਪਰ ਕਈ ਵਾਰੀ ਇਹ ਹੁੰਦਾ ਹੈ ਕਿ ਅਸੀਂ ਖਾਦਾਂ ਦਾ ਇਸਤੇਮਾਲ ਵਧੇਰੇ ਕਰ ਬੈਂਦੇ ਹਾਂ ਤੇ ਵਧੇਰੇ ਖਾਦਾਂ ਦਾ ਇਸਤੇਮਾਲ ਕਰਨ ਨਾਲ ਹੁੰਦਾ ਕੀ ਹੈ ਕਿ ਇੱਕ ਤੇ ਖਰਚੇ ਵੱਧ ਗਏ ਤੇ ਦੂਜਾ ਕੀੜੇ ਮਕੌੜੇ ਤੇ ਬਿਮਾਰੀ ਦਾ ਹਮਲਾ ਵੀ ਸਾਡੀ ਖੇਤੀ 'ਚ ਵੱਧ ਗਿਆ। ਸੋ ਇੱਥੇ ਸੋਚ ਅਪਣਾਉਣ ਦੀ ਲੋੜ ਹੈ ਕਿ ਆਪਾਂ ਖਾਦਾਂ ਦਾ ਸੰਤੁਲਿਤ ਇਸਤੇਮਾਲ ਕਰੀਏ। 17 ਖੁਰਾਕੀ ਤੱਤ ਮਾਹਿਰ ਦੱਸਦੇ ਨੇ, ਇਹਨਾਂ ਸਾਰਿਆਂ ਦਾ ਇਸਤੇਮਾਲ ਸਹੀ ਢੰਗ ਨਾਲ ਜੇ ਕੀਤਾ ਜਾਵੇ ਤੇ ਯਕੀਨ ਮੰਨੋ ਝਾੜ ਪੂਰਾ ਆਊ, ਨਿਰੋਲ ਆਮਦਨ ਵੀ ਸਾਡੀ ਚੰਗੀ ਹੋਊ। ਇਸ ਵਿਸ਼ੇ ਤੇ ਅਸੀਂ ਅੱਜ ਗੱਲਬਾਤ ਕਰਨੀ ਹੈ, ਮਾਹਿਰਾਂ ਦੇ ਵਿਚਾਰ ਵੀ ਲਵਾਂਗੇ ਤੇ ਕਿਸਾਨਾਂ ਨਾਲ ਵੀ ਗੱਲਾਂ ਕਰਾਂਗੇ। ਇਹ ਸਾਰੀਆਂ ਗੱਲਾਂ ਬਾਤਾਂ ਤੁਹਾਡੇ ਵਾਸਤੇ ਬੜੀਆਂ ਮੁਫੀਦ ਹੋਣ ਵਾਲੀਆਂ। ਤੁਹਾਨੂੰ ਜਾਣਕਾਰੀ ਮਿਲੂ ਵੀ ਖਾਦਾਂ ਦਾ ਇਸਤੇਮਾਲ ਸਹੀ ਢੰਗ ਨਾਲ ਕਿਵੇਂ ਕਰਨਾ ਹੈ, ਸੰਤੁਲਿਤ ਖਾਦਾਂ ਦਾ ਇਸਤੇਮਾਲ ਕਿਵੇਂ ਕਰਨਾ ਹੈ। ਆਓ ਫਿਰ ਜਾਣਕਾਰੀ ਲੈਂਦੇ ਹਾਂ। मेरा नाम जी मलकीत सिंह सन ऑफ सरदार भान सिंह, पिंड चूड़पुर, तहसील सुल्तानपुर लोधी, जिला कपूरथला जी। मैं तकरीबन 22 किले की खेती करदा मैं, जिहदे विचों तकरीबन 10 किले गाजर, 8 किले शुगर बीट ते बाकी कुछ मटर ते गोभी, इहदी खेती लगातार कर रहे हैं जी। असीं झोने की पराली नूं विचे वाह के जी पहलों मल्चर मार के पलौ करके ते उस हिसाब नाल खेती करी दी है जी। तो जिहड़ी खादां दी वरतों आ जी असीं PAU विचों कृषि विज्ञान केंद्र या खेती खोज केंद्र मिट्टी टैसट करा के जी इन्हां दी सलाह नाल जिस हिसाब नाल गाइड करन जां जिस हिसाब नाल साडी डिमांड होवे उस हिसाब नाल असीं खादां दी वरतों करी दी है जी। साडी जिहड़ी आ पराली विच वाउण नाल साडा खर्चा तां थोड़ा बहुता वध जांदा जी, पर इहदे लौंग सम रिजल्ट जिहड़े मिलणगे जी तुहानूं चंगे मिलणगे जी। ਜ਼ਮੀਨ ਦੀ ताकत वधदी है जी। पहले साल पराली वाउणा थोड़ा बहुत फसल से फर्क पैंदा, पर दूसरे साल तो पहलों नालों वधिया फसल होंदी है। ये फायदा है जी, पर नुकसान कोई नहीं है। वाधू खादां दा एक तो खर्चे का नुकसान है जी, साडी पैली की सेहत खराब होंदी है जी, साडी फसल की क्वालिटी सही नहीं बनती जी, उसकी मार्केट वैल्यू नहीं बनती सही जी। मार्केट वैल्यू लैण वास्ते जिहड़ा बासमती की असीं खेती करें 15-9 या 11-21 की, इनू भी जे असीं अर्ली बीज दांगे जी उसकी क्वालिटी नहीं सही बनूगी। खाद वध पावांगे, दवाइयां असीं नजायज़ पा दांगे माहरां दी सलाह तो बगैर, ਉਹਦੀ ਮੁੜ ਕੇ ਕੁਆਲਿਟੀ ਨਹੀਂ ਬਣਦੀ, ਸਾਡੀਆਂ ਬਾਹਰੋਂ ਵੀ ਫਸਲਾਂ ਵਾਪਸ ਆ ਜਾਂਦੀਆਂ ਜੀ। ਇਸ ਕਰਕੇ ਅਸੀਂ ਯੂਨੀਵਰਸਿਟੀ ਦੇ ਹਿਸਾਬ ਨਾਲ ਜਾਂ PAU ਸਲਾਹ ਜਾਂ ਸਾਡਾ ਕ੍ਰਿਸ਼ੀ ਵਿਗਿਆਨ ਜਾਂ ਮਾਹਰ ਡਾਕਟਰ ਸਲਾਹ ਦਿੰਦੇ ਆ, ਉਸ ਹਿਸਾਬ ਨਾਲ ਦਵਾਈਆਂ ਪਾਈਦੀਆਂ ਜੀ। ਜਿਹੜੀ ਮਨਾਹੀ ਵਾਲੀ ਦਵਾਈ ਉਹ ਅਸੀਂ ਨਹੀਂ ਵਰਤਦੇ ਜੀ, ਸਿਰਫ ਸਿਫਾਰਿਸ਼ ਕੀਤੀਆਂ ਦਵਾਈਆਂ ਦੀ ਵਰਤੋਂ ਕਰਦੇ ਹਾਂ ਜੀ। ਮਟਰਾਂ ਦੇ ਵਿੱਚ ਅਸੀਂ ਮਿਨੀਮਮ ਦਵਾਈ ਅਤੇ ਮਿਨੀਮਮ ਖਾਦ ਪਾ ਕੇ ਇਹਦੀ ਕਾਸ਼ਤ ਕਰੀ ਦੀ ਹੈ ਜੀ, ਵਧੀਆ ਕੁਆਲਿਟੀ ਬਣਦੀ ਹੈ ਜੀ। ਇਸੇ ਤਰ੍ਹਾਂ ਗਾਜਰਾਂ ਵਿੱਚ ਦਵਾਈ ਬਹੁਤੀ ਪੈਂਦੀ ਨਹੀਂ ਹੈ ਜੀ, ਉਹ ਜੜ੍ਹਾਂ ਵਾਲੀ ਫਸਲ ਵਾ ਜ਼ਮੀਨ 'ਚ ਰਹਿੰਦੀ ਆ ਜੀ। ਉਹਦੇ 'ਚ ਫੰਗੀ ਸਾਈਡ ਵਗੈਰਾ ਥੋੜ੍ਹੀ ਬਹੁਤੀ ਵਰਤੋਂ ਕਰਨੀ ਪੈਂਦੀ, ਨਹੀਂ ਤਾਂ ਕੋਈ ਹੋਰ ਦਵਾਈ ਦੀ ਲੋੜ ਨਹੀਂ ਪੈਂਦੀ ਜੀ। ਅਤੇ ਖਾਦ ਦੀ ਵੀ ਤਕਰੀਬਨ ਬੋਰਾ 1.5 ਬੋਰਾ DAP ਦਾ ਜੀ, ਅਤੇ ਅੱਧਾ ਕੁ ਬੋਰਾ ਯੂਰੀਆ, ਇਹ ਤੋਂ ਬਾਅਦ ਖਾਦ ਦੀ ਵੀ ਨਹੀਂ ਵਰਤੋਂ 'ਚ ਕਰਨੀ ਪੈਂਦੀ ਜੀ। ਮਟਰਾਂ ਵਾਸਤੇ ਵੀ ਘੱਟ ਖਾਦ ਦੀ ਵਰਤੋਂ ਕਰਨੀ ਪੈਂਦੀ ਹੈ ਜੀ। ਸ਼ੂਗਰ ਬੀਟ ਵਾਸਤੇ ਜੀ ਤਕਰੀਬਨ 1.5 ਕੁ ਬੋਰਾ DAP ਦਾ ਜੀ, 2 ਬੋਰੇ ਯੂਰੀਆ ਅਤੇ ਇੱਕ ਅੱਧੀ 2 ਫੰਗੀ ਸਾਈਡ ਦੀਆਂ ਸਪਰੇਆਂ, ਜਾਂ ਕੋਈ ਤੇਲੇ ਵਾਸਤੇ ਜਾਂ ਹਲਕੀ ਜੀ ਸਪਰੇ ਸੁੰਡੀ ਵਾਸਤੇ ਉਹ ਕਰਨੀ ਪੈਂਦੀ ਹੈ ਜੀ। ਜੇ ਅਸੀਂ ਖਾਦਾਂ ਸਹੀ ਵਰਤਾਂਗੇ ਜੀ, ਯੂਰੀਏ ਦੀ ਵੱਧ ਵਰਤੋਂ ਨਾ ਕਰਾਂਗੇ ਤਾਂ ਸਾਡੀ ਫਸਲ ਨੂੰ ਬਿਮਾਰੀਆਂ ਵੀ ਘੱਟ ਲੱਗਣਗੀਆਂ ਜੀ, ਅਤੇ ਸਪਰੇ ਵੀ ਘੱਟ ਕਰਨੀ ਪਊ ਜੀ। ਮੇਰਾ ਨਾਮ ਦਲਵੀਰ ਸਿੰਘ, ਪਿੰਡ ਮੇਰਾ ਨਵਾਂ ਠੱਟਾ, ਤਹਿਸੀਲ ਸੁਲਤਾਨਪੁਰ, ਜ਼ਿਲ੍ਹਾ ਕਪੂਰਥਲਾ ਦਾ ਮੈਂ ਕਿਸਾਨ ਹਾਂ ਜੀ। ਮੈਂ 8 ਏਕੜ ਦੀ ਖੇਤੀ ਕਰਦਾ, ਕਣਕ ਅਤੇ ਝੋਨੇ ਦੀ ਖੇਤੀ ਹੈ ਫਸਲ ਮੇਰੀ ਇਹੀ ਆ ਦੋਨੋਂ। ਮੈਂ ਹੋਰ ਸਬਜ਼ੀ ਦਾ ਕੰਮ ਨਹੀਂ ਕਰਦਾ। ਮੈਂ ਸਦਾ ਹੀ ਮਿੱਟੀ ਟੈਸਟ ਕਰਾ ਕੇ ਅਤੇ ਮਹਿਕਮੇ ਦੀਆਂ ਸਿਫਾਰਿਸ਼ਾਂ ਅਨੁਸਾਰ ਆਪਣੀ DAP ਖਾਦ ਦੀ ਵਰਤੋਂ, ਯੂਰੀਆ ਦੀ ਵਰਤੋਂ ਅਤੇ ਦਵਾਈਆਂ ਦੀ ਵਰਤੋਂ ਸਾਰੀਆਂ ਮੈਂ ਮਹਿਕਮੇ ਦੀ ਸਿਫਾਰਿਸ਼ ਦੇ ਅਨੁਸਾਰ ਹੀ ਕਰਦਾ ਹਾਂ। ਲਗਭਗ 7 ਏਕੜ ਮੈਂ ਝੋਨਾ ਲਾਉਣਾ, 7 ਏਕੜ ਮੇਰੀ ਹੈਗੀ ਆ ਕਣਕ ਦੀ ਫਸਲ। ਕਣਕ ਦੀ ਫਸਲ ਮੈਂ ਸਦਾ ਕਦੇ ਪਰਾਲੀ ਨੂੰ ਅੱਗ ਨਹੀਂ ਲਾਈ। ਪਰਾਲੀ ਨੂੰ ਅੱਗ ਲਾਉਣ ਤੋਂ ਬਿਨਾਂ ਸਿੱਧੀ ਮੈਂ ਹੈਪੀ ਸੀਡ ਨਾਲ ਬੀਜਦਾ ਜੀ, ਅਤੇ ਉਹਦੇ ਵਿੱਚ ਬਹੁਤ ਵਧੀਆ ਰਿਜ਼ਲਟ ਰਹਿੰਦੇ ਆ। ਕਦੇ ਵੀ ਵਿੱਚ ਜਿਹੜਾ ਨਦੀਨ ਆ, ਨਦੀਨ ਦੀ ਜਿਹੜੀ ਪ੍ਰੋਬਲਮ ਆਉਂਦੀ ਆ ਉਹਦੇ ਵਾਸਤੇ 1 ਵਾਰੀ ਸਪਰੇਅ ਕਰਨੀ ਪਵੇ ਜਾਂ 2 ਵਾਰੀ ਸਪਰੇਅ ਕਰਨੀ ਪਵੇ,
ਉਹ ਮੈਂ ਸਪਰੇਅ ਕਰਕੇ ਬਿਲਕੁਲ ਮੇਰੇ ਖੇਤਾਂ ਦੇ ਵਿੱਚ ਕਿਤੇ ਵੀ ਨਦੀਨ ਹੈ ਨਹੀਂ ਗੇ। ਲਗਭਗ 20 ਤੋਂ 21 ਕੁਇੰਟਲ ਮੇਰੀ ਜਿਹੜੀ ਆ ਝਾੜ ਨਿਕਲਦਾ ਕਣਕ ਦਾ। ਬਹੁਤ ਹੀ ਵਧੀਆ, ਮਤਲਬ ਸਾਡੀ ਜਿਹੜੀ ਜ਼ਮੀਨ ਆ, ਜ਼ਮੀਨ ਬੜੀ ਫਰਟਾਈਲ ਆ। ਉਹਦੇ ਵਿੱਚ ਹਰ ਸਾਲ ਘੱਟੋ ਘੱਟ 10 ਸਾਲ ਹੋ ਗਏ ਆ ਪਰਾਲੀ ਮੈਂ ਵਿੱਚ ਵਾਹੁਣਾ ਵਾ, ਕਦੇ ਅੱਗ ਨਹੀਂ ਲਾਈ। ਇਸੇ ਤਰ੍ਹਾਂ ਜਿਹੜਾ ਝੋਨਾ ਵਾ, ਝੋਨਾ ਜਿਹੜਾ ਵਾ ਉਹ ਮੈਂ 20 ਜੂਨ ਤੋਂ ਅੱਗੋਂ ਨਹੀਂ ਕਦੇ ਲਾਇਆ। 20 ਜੂਨ ਤੋਂ ਬਾਅਦ ਲਾਈਏ ਉਹ ਜਿਹੜਾ ਦੀ ਬੈਸਟ ਜਿਹਨੂੰ ਕਹਿੰਦੇ ਆ, ਉਹ ਝੋਨਾ ਜਿਹੜਾ ਵਾ ਸਭ ਤੋਂ ਵੱਧ ਝਾੜ ਦਿੰਦਾ। ਜਿਹੜਾ ਤੁਸੀਂ 20 ਜੂਨ ਤੋਂ, ਆਪਣੇ ਮੇਰੇ ਤਜਰਬੇ ਨੇ, ਜੇ 20 ਜੂਨ ਤੋਂ ਅੱਗੋਂ ਲਾਇਆ ਜਾਵੇ ਉਹ ਥੋੜ੍ਹਾ ਜਿਹਾ ਜਿਹੜਾ ਰੰਗ ਵੀ ਵਟਾ ਜਾਂਦਾ, ਅਤੇ ਜਿਹੜਾ ਲੇਟ ਝੋਨਾ ਜਿੰਨਾ ਲੱਗਦਾ ਉਹ ਜਿਹੜਾ ਵਾ ਵਧੀਆ ਰਹਿੰਦਾ। ਉਹ ਹਰ ਸਾਲ ਮੈਂ ਮਿੱਟੀ ਟੈਸਟ ਕਰਾਉਣਾ। ਮਿੱਟੀ ਟੈਸਟ ਕਰਾਉਣ ਤੋਂ ਬਾਅਦ ਜਿਹੜੀਆਂ ਮਹਿਕਮੇ ਦੀਆਂ ਸਿਫਾਰਿਸ਼ਾਂ, ਉਨੀ ਹੀ ਮੈਂ ਡਾਈ, ਉਨੀ ਖਾਦ। ਝੋਨੇ ਨੂੰ ਤਾਂ ਡਾਈ ਦੀ ਲੋੜ ਨਹੀਂ ਪੈਂਦੀ ਜੀ, ਯੂਰੀਆ ਜਿਹੜੀ ਆ ਉਨੀ ਹੀ ਪਾਈ ਜਾਂਦੀ ਆ। ਉਸ ਤੋਂ ਬਾਅਦ ਜਿਹੜੀਆਂ ਸਪਰੇਆਂ ਵੀ ਮੈਂ ਮਹਿਕਮੇ ਦੀ ਸਿਫਾਰਿਸ਼ ਅਨੁਸਾਰ ਹੀ ਕਰਦਾ ਹਾਂ। ਥੋੜ੍ਹਾ ਸਮਾਂ ਹੁੰਦਾ ਵਾ ਕਣਕ ਤੋਂ ਬਾਅਦ 3-4 ਏਕੜ ਜਿਹੜੀ ਆ ਅਸੀਂ ਆਪਣੀ ਜਿਹੜਾ ਹੁੰਦਾ ਜੰਤਰ ਜਿਹਨੂੰ ਕਹਿੰਦੇ ਆ ਉਹ ਬੀਜਦੇ ਹਾਂ, ਅਤੇ ਉਹ ਵਿੱਚ ਵਾਹ ਲਈਦਾ। ਉਹਦੇ ਨਾਲ ਵਧੀਆ ਬਣਦਾ ਵਾ। ਖਾਦ ਉਨੀ ਜਿਹੜੀ ਆ ਪੈਲੀ ਫਰਟਾਈਲ ਹੋ ਜਾਂਦੀ ਆ, ਖਾਦ ਉਨੀ ਘੱਟ ਪਾਉਣੀ ਪੈਂਦੀ ਆ ਜੀ। ਅਤੇ ਬਾਕੀ ਜਿਹੜੀ ਆ ਜਿੰਨੀ ਸਾਡੇ ਕੋਲ 3-4 ਡੰਗਰ ਹੈਗੇ ਆ, ਉਹ ਜਿੰਨੀ ਸਾਡੇ ਕੋਲ ਹੁੰਦੀ ਆ ਰੂੜੀ ਦੀ ਖਾਦ ਵੀ ਅਸੀਂ 1-2 ਏਕੜ ਦੇ ਵਿੱਚ ਜ਼ਰੂਰ ਪਾਉਂਦੇ ਹਾਂ ਜੀ। ਦੇਖੋ ਜੀ, ਇਹ ਖਾਦਾਂ ਦਾ ਖਰਚਾ ਘਟਾਉਣ ਵਾਸਤੇ ਤਾਂ 2 ਹੀ ਗੱਲਾਂ ਵਾ। ਅਸੀਂ ਵੱਧ ਤੋਂ ਵੱਧ ਜਿਹੜੀ ਆ ਪਰਾਲੀ ਵਿੱਚ ਗਾਲੀ ਜਾਵੇ, ਪਰਾਲੀ ਵਿੱਚ ਵਾਹੀ ਜਾਵੇ। ਪਰਾਲੀ ਵਿੱਚ ਵਾਹੁਣ ਦੇ ਨਾਲ ਲਗਭਗ ਇੱਕ ਆਪਣਾ ਥੈਲਾ ਜਿਹੜਾ ਯੂਰੀਆ ਦਾ ਬਚ ਜਾਂਦਾ ਜੀ। ਅਤੇ ਬਾਕੀ ਜਿੰਨੀ ਅਸੀਂ ਸਾਡੇ ਕੋਲ ਡੰਗਰ ਹੁੰਦੇ ਆ, ਵੱਧ ਤੋਂ ਵੱਧ ਰੂੜੀ ਦੀ ਖਾਦ ਵਰਤੀਏ। ਤੀਸਰਾ ਜਿਹੜੀ ਅਸੀਂ ਹਰੀ ਖਾਦ ਪੈਦਾ ਕਰਕੇ ਜਿਹੜਾ ਖਰਚਾ ਘਟਾ ਸਕਦੇ ਹਾਂ ਖਾਦਾਂ ਦਾ। ਇਸ ਤੋਂ ਬਿਨਾਂ ਤੇ ਜਿੰਨੀਆਂ ਬਾਕੀ ਮਹਿਕਮੇ ਦੀਆਂ ਸਿਫਾਰਿਸ਼ਾਂ ਹੁੰਦੀਆਂ ਉਹਨੇ ਕਰਨਾ ਹੀ ਪੈਣਾ ਜੀ। ਇਹ ਗੱਲ ਵੇਖਣ ਵਿੱਚ ਆਈ ਹੈ ਵੀ ਕੁਝ ਕਿਸਾਨ ਜਿਹੜੇ ਆ ਖਾਦ ਲੋਕਾਂ ਵੱਲ ਵੇਖ ਕੇ ਵੀ ਉਹਨੂੰ ਦੱਸਣੀ ਘੱਟ, ਅਤੇ ਖਾਦ ਜਿਹੜੀ ਵੱਧ ਪਾ ਲੈਂਦੇ ਆ। ਜੇ ਤੁਸੀਂ ਵੱਧ ਖਾਦ ਪਾਵਾਂਗੇ, ਅਸੀਂ ਉਹ ਜਿੱਦਾਂ ਇਸ ਵੇਲੇ ਕਣਕ ਦੀ ਫਸਲ ਆ, ਜੇ ਅਸੀਂ ਕਣਕ ਦੀ ਫਸਲ 125 ਕਿਲੋ ਦੇ ਲਗਭਗ ਕੀਤੀ ਜਾਂਦੀ ਸਿਫਾਰਿਸ਼। ਜੇ ਅਸੀਂ 125 ਕਿਲੋ ਤੋਂ ਜ਼ਿਆਦਾ ਯੂਰੀਆ ਪਾਵਾਂਗੇ, ਉਹ ਜ਼ਿਆਦਾ ਜਿਹੜੀਆਂ ਉਹਨੂੰ ਕੀੜੇ ਵੀ ਜ਼ਿਆਦਾ ਆਉਣਗੇ, ਜ਼ਿਆਦਾ ਬਿਮਾਰੀਆਂ ਉਹ 'ਤੇ ਪੈਦਾ ਹੁੰਦੀਆਂ। ਇਸ ਵਾਸਤੇ ਕਦੇ ਵੀ ਕਿਸਾਨਾਂ ਨੂੰ, ਮੇਰੇ ਜਿੰਨੇ ਵੀ ਕਿਸਾਨ ਵੀਰ ਵਾ, ਉਹਨਾਂ ਨੂੰ ਕਦੇ ਵੀ ਮਹਿਕਮੇ ਦੀਆਂ ਸਿਫਾਰਿਸ਼ਾਂ ਤੋਂ ਵੱਧ ਨਹੀਂ ਯੂਰੀਆ ਪਾਉਣੀ ਚਾਹੀਦੀ। ਇਹਦੇ ਨਾਲ 2 ਨੁਕਸਾਨ ਹੁੰਦੇ ਆ। ਇੱਕ ਤਾਂ ਸਾਡਾ ਖਾਦਾਂ ਦੇ ਖਰਚ ਜ਼ਿਆਦਾ ਹੁੰਦਾ, ਦੂਸਰਾ ਜਿਹੜੀ ਸਾਡੀਆਂ ਬਿਮਾਰੀਆਂ ਜਿਹੜੀਆਂ ਫਸਲਾਂ ਨੂੰ ਜ਼ਿਆਦਾ ਲੱਗਦੀਆਂ, ਤੀਸਰਾ ਕੀੜੇ ਵੀ ਜ਼ਿਆਦਾ ਲੱਗਦੇ ਆ। ਇਹ ਬਹੁਤ ਜਿਹੜੀ ਆ ਸਾਡੇ ਲਈ ਨੁਕਸਾਨਦਾਇਕ ਹੈ। ਮੇਰਾ ਨਾਮ ਸ਼ੀਤਲ ਸਿੰਘ, ਪਿੰਡ ਸੰਧਜਗੀਰ, ਜ਼ਿਲ੍ਹਾ ਕਪੂਰਥਲਾ, ਬਲਾਕ ਕਪੂਰਥਲਾ ਨਾਲ ਸੰਬੰਧਿਤ ਰੱਖਦਾ। ਮੈਂ ਖੇਤੀਬਾੜੀ 20 ਏਕੜ ਦੇ ਵਿੱਚ ਕਰ ਰਿਹਾ ਵਾਂ, ਜਿਸ ਵਿੱਚ ਸ਼ਿਮਲਾ ਮਿਰਚ, ਮਟਰ ਅਤੇ ਹੋਰ ਘਰੇਲੂ ਖਾਣ ਵਾਲੀਆਂ ਚੀਜ਼ਾਂ ਘਰੇਲੂ ਬਗੀਚੇ 'ਚ ਲਗਾਉਂਦਾ ਹਾਂ। ਜਿਸ ਵਿੱਚ ਮੈਂ ਪਰਾਲੀ ਦਾ ਸੁਸਾਇਟੀ ਦਾ ਸਾਰਾ ਸਿਸਟਮ ਲਿਆ ਹੋਇਆ ਹੈ, ਜਿਸ ਵਿੱਚ ਮਲਚਰ, ਸੁਪਰ ਸੀਡਰ ਵਗੈਰਾ ਸਾਰਾ ਧਰਤੀ ਦੇ ਵਿੱਚ ਜੋ ਪਰਾਲੀ ਦੀ ਰਹਿੰਦ ਖੂੰਹਦ ਹੈ ਉਸ ਨੂੰ ਦਬਾ ਕੇ ਅਤੇ ਖੇਤੀ ਸਬਜ਼ੀ ਦੀ ਕਰ ਰਿਹਾ ਹਾਂ। ਜਿਸ ਵਿੱਚ ਮੈਨੂੰ ਕਿ ਖਾਦਾਂ ਪਾਉਣ ਦੀ ਬਹੁਤ ਹੀ ਘੱਟ ਵਰਤੋਂ ਹੁੰਦੀ ਹੈ। ਕੁਝ ਏਰੀਆ ਹੈ ਜਿਸ ਵਿੱਚ ਮੈਂ ਕਦੀ ਵੀ ਖਾਦ ਨਹੀਂ ਪਾਈ। ਖਾਣ ਵਾਸਤੇ ਕਣਕ ਜਿਹੜੀ ਬਿਨਾਂ ਖਾਦ ਦਵਾਈ ਤੋਂ ਤਿਆਰ ਕਰ ਰਿਹਾ ਵਾਂ, ਕਿਉਂ ਪਹਿਲਾਂ ਮੈਂ ਜ਼ਮੀਨ ਨੂੰ ਪਲਟ ਕੇ ਉਸ ਤੋਂ ਬਾਅਦ ਫਿਰ ਉਹਦੀ ਖੇਲ ਵਗੈਰਾ ਬਣਾ ਕੇ ਸ਼ਿਮਲਾ ਮਿਰਚ ਦੀ ਖੇਤੀ ਕਰਦਾ। ਇਸੇ ਤਰ੍ਹਾਂ ਹੀ ਮੈਂ ਮਟਰਾਂ ਦੀ ਖੇਤੀ ਕਰ ਰਿਹਾ ਵਾਂ, ਅਤੇ ਮੇਰੇ ਕੋਲ ਕੰਪਿਊਟਰ ਕਰਾਇਆ ਵੀ ਆ, ਜਿਸ ਦੇ ਨਾਲ ਮੈਂ ਪੈਲੀ ਦਾ ਲੈਵਲ ਕਰਕੇ ਅਤੇ ਉਹਦੇ ਵਿੱਚ ਮਤਲਬ ਪਾਣੀ ਦੀ ਬਹੁਤ ਘੱਟ ਲੋੜ ਪੈਂਦੀ ਆ, ਜਿਸ ਵਿੱਚ ਪਰਾਲੀ ਵਾਹੁਣ ਕਰਕੇ ਖਾਦ ਦੀ ਬਹੁਤ ਘੱਟ ਲੋੜ ਪੈਂਦੀ ਹੈ। ਖਾਦ ਕੁਝ ਖੇਤ ਦੇ ਵਿੱਚ ਨਹੀਂ ਪੈਂਦੀ, ਜਿਸ ਵਿੱਚ ਮੈਂ ਹਰੀ ਖਾਦ, ਜਿਸ ਦੇ ਵਿੱਚ ਸਣ ਆ ਜਾਂਦੀ, ਮੂੰਗੀ ਆ ਜਾਂਦੀ, ਜੰਤਰ ਆ ਜਾਂਦਾ, ਉਹਦੀ ਰਹਿੰਦ ਖੂੰਹਦ ਸਾਰੀ ਵਿੱਚ ਦਬਾ ਕੇ ਅਤੇ ਉਹਦੇ ਉੱਤੇ ਤਿਆਰ ਕਰ ਰਿਹਾ ਵਾਂ। ਉਸ ਤੋਂ ਬਾਅਦ ਮੈਂ ਖੇਤੀਬਾੜੀ ਯੂਨੀਵਰਸਿਟੀ ਦੇ ਨਾਲ ਸੰਬੰਧਿਤ ਬੀਜਾਂ ਨੂੰ ਹੀ ਯੂਜ ਕਰਦਾ ਹਾਂ, ਜਿਨ੍ਹਾਂ ਦੇ ਉੱਤੇ ਖਾਦਾਂ ਦਵਾਈਆਂ ਦੀ ਬਹੁਤ ਘੱਟ ਲੋੜ ਪੈਂਦੀ ਹੈ। ਮੇਰਾ ਏਰੀਆ ਜੋ ਹੈ ਪਿੰਡ ਸੰਧਜਗੀਰ, ਉਸ ਵਿੱਚ ਕਰਿਆਠੀ ਜ਼ਮੀਨ ਹੈ, ਜਿਸ ਨੂੰ ਅਸੀਂ ਕਲਰ ਵਾਲੀ ਜ਼ਮੀਨ ਕਹਿੰਦੇ ਹਾਂ। ਉਸ ਜ਼ਮੀਨ ਨੂੰ ਮੈਂ ਇਸੇ ਪਰਾਲੀ ਦੇ ਨਾਲ ਹੀ 4-5 ਸਾਲ ਤੋਂ ਵਾਹ ਕੇ ਲਗਾਤਾਰ ਤਿਆਰ ਕੀਤਾ ਹੈ, ਜਿਸ ਵਿੱਚ ਮੈਨੂੰ ਕਿੱਲੇ ਪ੍ਰਤੀ 1 ਥੈਲਾ ਹੀ ਯੂਰੀਆ ਦਾ ਵਰਤੋਂ 'ਚ ਲਿਆਉਣਾ ਪੈਂਦਾ ਵਾ। ਕੁਝ ਜਿਸ ਵਿੱਚ ਮੈਂ ਰੂੜੀ ਖਾਦ, ਹਰੀ ਖਾਦ ਵਰਤ ਰਿਹਾ ਵਾਂ, ਉਸ ਵਿੱਚ ਨਾ ਮਾਤਰ ਹੀ ਯੂਰੀਆ ਜਾਂ ਦੂਜੀਆਂ ਖਾਦਾਂ ਦੀ ਲੋੜ ਪੈਂਦੀ ਹੈ। ਕਣਕ ਦੇ ਵਿੱਚ ਵੀ ਮੈਂ ਅੱਧੇ ਬੋਰੇ ਤੋਂ ਬੈਗ ਤੋਂ ਵੱਧ DAP ਨਹੀਂ ਪਾਉਂਦਾ, ਕਿ ਉਸ ਦਾ ਵਿੱਚ ਮੈਨੂੰ ਬੈਨੀਫਿਟ ਇਹ ਮਿਲ ਰਿਹਾ ਹੋਰ ਜ਼ਿਆਦਾ, ਕਿ ਜਿਸ ਤਰ੍ਹਾਂ DAP ਦੀ ਕਿੱਲਤ ਆ ਰਹੀ ਹੈ, ਯੂਰੀਆ ਦੀ ਕਿੱਲਤ ਆ ਰਹੀ ਹੈ, ਕੋਈ ਮੈਨੂੰ ਇਹਨਾਂ ਚੀਜ਼ਾਂ ਦੀ ਜ਼ਿਆਦਾ ਲੋੜ ਨਹੀਂ ਪੈਂਦੀ। ਇਸ ਕਰਕੇ ਆਉਣ ਵਾਲਾ ਟਾਈਮ ਜੇ ਮੈਂ ਇਸੇ ਤਰ੍ਹਾਂ ਪਰਾਲੀ ਦੀ ਰਹਿੰਦ ਖੂੰਹਦ ਨੂੰ ਧਰਤੀ ਵਿੱਚ ਹੀ ਮਿਟਾ ਕੇ ਕੁਤਰ ਕੇ ਫਸਲ ਬੀਜਦਾ ਰਿਹਾ ਲਗਾਤਾਰ, ਤਾਂ ਮੈਨੂੰ ਸਾਰੀਆਂ ਹੀ ਖਾਦਾਂ ਤੋਂ ਛੁਟਕਾਰਾ ਮਿਲ ਜਾਏਗਾ।
ਇਸ ਕਰਕੇ ਲੁਧਿਆਣਾ ਯੂਨੀਵਰਸਿਟੀ ਥਰੂ ਪ੍ਰਮਾਣਿਤ ਬੀਜਾਂ ਨੂੰ ਹੀ ਮੈਂ ਲੋੜਵੰਦ ਸਮਝ ਕੇ ਉਹਨਾਂ ਦੀ ਵਰਤੋਂ ਕਰਦਾ ਹਾਂ। ਜੇਕਰ ਹਾਈਬ੍ਰਿਡ ਬੀਜ ਮੈਂ ਵਰਤੋਂ 'ਚ ਲਿਆਵਾਂਗਾ ਤੇ ਉਹਦੇ ਉੱਤੇ ਮੈਨੂੰ ਹਰ ਇੱਕ ਤਰ੍ਹਾਂ ਦੀਆਂ ਖਾਦਾਂ ਦਵਾਈਆਂ ਦੀ ਔਰ ਲੰਮਾ ਟਾਈਮ ਫਸਲਾਂ ਲੈਂਦੀਆਂ ਵਾ ਕਰਨੀ ਪਊਗੀ। ਮੈਂ ਜਿਹੜੀ ਝੋਨੇ ਦੀ ਬਿਜਾਈ ਆ ਉਹ 15 ਜੂਨ ਤੋਂ ਬਾਅਦ ਹੀ ਕਰਦਾ ਵਾਂ। ਜਿੰਨਾ ਲੇਟ ਕਰਦਾ ਉਨੇ ਚਿਰ ਦੇ ਵਿੱਚ ਮੈਨੂੰ ਇਹ ਹਰੀਆਂ ਖਾਦਾਂ ਤਿਆਰ ਕਰਨ ਦਾ ਵੱਧ ਤੋਂ ਵੱਧ ਮੌਕਾ ਮਿਲ ਜਾਂਦਾ ਵਾ। ਮੇਰਾ ਨਾਮ ਤਲਵਿੰਦਰ ਸਿੰਘ ਹੈ ਜੀ। ਪਿੰਡ ਹੈ ਜੀ ਉੱਚਾ ਬੋੜਵਾਲਾ, ਤਹਿਸੀਲ ਹੈ ਜੀ ਸੁਲਤਾਨਪੁਰ ਲੋਧੀ, ਡਿਸਟ੍ਰਿਕਟ ਹੈ ਜੀ ਕਪੂਰਥਲਾ, ਪੰਜਾਬ। ਮੈਂ ਪਰਾਲੀ ਨੂੰ 10-11 ਸਾਲ ਤੋਂ ਜ਼ਮੀਨ ਦੇ ਵਿੱਚ ਹੀ ਵਾਹ ਰਿਹਾ ਜੀ, ਵਿੱਚ ਹੀ ਉਹਦੇ ਰਲਾ ਰਿਹਾ ਜੀ। ਮੈਂ ਇੱਕ ਇਨਵੈਂਸ਼ਨ ਕਰੀ ਹੈ ਜੀ ਪਰਾਲੀ ਨੂੰ ਸਾਂਭ ਸੰਭਾਲ ਕਰਨ ਵਾਸਤੇ। ਇੱਕ ਮੈਂ ਮਸ਼ੀਨ ਤਿਆਰ ਕਰੀ ਹੈ ਜੀ, ਉਹਨੂੰ 7-8 ਸਾਲ ਲੱਗ ਗਏ ਨੇ ਕਾਮਯਾਬ ਕਰਨ ਵਾਸਤੇ। ਔਰ ਮੈਂ ਉਹਦੀ ਮਦਦ ਦੇ ਨਾਲ ਉਹਦੇ ਨਾਲ ਹੀ ਪਰਾਲੀ ਨੂੰ ਵਿੱਚ ਕੁਤਰ ਕੇ ਜ਼ਮੀਨ ਦੇ ਔਰ ਲਾ ਰਿਹਾ ਜੀ। ਔਰ ਮੈਂ ਕੁਆਲਿਟੀਦਾਰ ਫਸਲਾਂ ਬੀਜਣ ਦੀ ਕੋਸ਼ਿਸ਼ ਕਰ ਰਿਹਾ ਜੀ। ਤਾਂ ਹੁਣ ਤੱਕ ਮੈਂ ਜਿੱਦਾਂ ਹੈ ਕਿ 3-4 ਬੋਰੇ ਤੋਂ 1.5-2 ਬੋਰੇ ਤੱਕ ਖਾਦ ਲੈ ਆਇਆ ਜੀ। ਔਰ ਖਾਦਾਂ ਦਵਾਈਆਂ ਮੈਂ ਅੱਧੇ ਤੋਂ ਵੀ ਘੱਟ ਯੂਜ਼ ਕਰ ਰਿਹਾ ਜੀ ਆਪਣੇ ਆਂਢੀਆਂ ਗਵਾਂਢੀਆਂ ਦੇ ਨਾਲੋਂ। ਔਰ ਉਹਦੇ ਵਿੱਚ ਮੈਂ ਵਾਤਾਵਰਨ ਨੂੰ ਵੀ ਵਿਚਾਰ ਰਿਹਾ ਜੀ, ਪੋਲੂਸ਼ਨ ਨਾ ਹੋਵੇ, ਧੂੰਆਂ ਨਾ ਹੋਵੇ, ਪੋਲੂਸ਼ਨ ਨਾ ਹੋਵੇ। ਔਰ ਨਾਲ ਮੈਂ ਜ਼ਮੀਨ ਨੂੰ ਵੀ ਬਚਾ ਰਿਹਾ ਜੀ। ਜ਼ਮੀਨ ਦੀ ਦੁਰਦਸ਼ਾ ਮੈਂ ਕਾਫੀ ਜ਼ਿਆਦਾ ਸੁਧਾਰ ਦਿੱਤੀ ਹੈ ਜੀ। ਮੇਰੇ ਕੋਲ ਸੈਂਪਲ ਵੀ ਪਏ ਨੇ ਘਰ ਜ਼ਮੀਨਾਂ ਦੇ ਵਿੱਚ। ਮੈਂ ਸੋਇਲ ਨੂੰ ਟੈਸਟ ਕਰਾ ਕੇ ਉਹਦੇ ਅਨੁਸਾਰ ਹੀ ਅਸੀਂ ਜੋ ਔਰਗੈਨਿਕ ਕੰਮ ਕਰ ਰਹੇ ਹਾਂ ਜੀ। ਖਾਦਾਂ ਦਾ ਤਾਂ ਅਸੀਂ ਬਹੁਤ ਘੱਟ ਯੂਜ਼ ਕਰ ਰਹੇ ਹਾਂ, ਦਵਾਈਆਂ ਦਾ। ਔਰਗੈਨਿਕ ਖੇਤੀ ਵੱਲ ਜ਼ਿਆਦਾ ਧਿਆਨ ਆ ਜੀ। ਔਰ ਮੇਰੇ ਕੋਲ ਘਰ ਥੋੜ੍ਹਾ ਜਿਹੀ ਜਗ੍ਹਾ ਹੈ, 2 ਕਨਾਲਾਂ ਪਲਾਟ ਹੈ ਜੀ, ਉੱਥੇ ਮੈਂ ਆਪਣੇ ਖਾਣ ਜੋਗੀ ਤਾਂ ਬਿਲਕੁਲ ਹੀ ਸਾਰੀਆਂ ਹੀ ਸਬਜ਼ੀਆਂ ਆਪ ਤਿਆਰ ਕਰਦਾ, ਖਾਦਾਂ ਦਵਾਈਆਂ ਤੋਂ ਰਹਿਤ। ਝੋਨਾ ਔਰ ਕਣਕ ਦੀ ਅਸੀਂ ਬਿਜਾਈ ਕਰਦੇ ਹਾਂ, ਉਹਦੇ ਵਿੱਚ ਵੀ ਅਸੀਂ ਜਿਹੜੀ ਘੱਟ ਤੋਂ ਘੱਟ ਖਾਦ ਔਰ ਦਵਾਈ ਦੀ ਮਾਤਰਾ ਯੂਜ਼ ਕਰਦੇ ਹਾਂ ਜੀ। ਬਹੁਤ ਵਧੀਆ ਅਸੀਂ ਆਪਣੀ ਜ਼ਮੀਨ ਤਾਂ ਕਹਿੰਦੇ ਜੀ ਮਾਂ ਵਾ, ਦੂਸਰੀ ਮਾਂ ਵਾ। ਔਰ ਜੇ ਮਾਂ ਦਾ ਅਸੀਂ ਜਿੰਨਾ ਸਤਿਕਾਰ ਕਰਦੇ ਹਾਂ, ਪਿਆਰ ਕਰਦੇ ਹਾਂ, ਉਨਾ ਹੀ ਸਾਨੂੰ ਜ਼ਮੀਨ ਦਾ ਔਰ ਪਾਣੀ ਦਾ ਪਿਆਰ ਕਰਨਾ ਚਾਹੀਦਾ। ਤਾਂ ਹੀ ਸਾਡਾ ਜਨ ਜੀਵਨ ਜਿਹੜਾ ਸਵਸਥ ਰਹਿ ਸਕਦਾ ਜੀ। ਮੈਂ ਡਾਕਟਰ ਗੋਬਿੰਦਰ ਸਿੰਘ ਬਤੌਰ ਸਹਾਇਕ ਪ੍ਰੋਫੈਸਰ ਭੂਮੀ ਵਿਗਿਆਨ ਕ੍ਰਿਸ਼ੀ ਵਿਗਿਆਨ ਕੇਂਦਰ ਕਪੂਰਥਲਾ ਦੇ ਵਿੱਚ ਸੇਵਾਵਾਂ ਨਿਭਾ ਰਿਹਾ। ਜਿੰਨੀਆਂ ਵੀ ਆਪਣੀਆਂ ਫਸਲਾਂ ਵਾ ਉਹਦੇ ਵਿੱਚ ਖਾਦਾਂ ਦੀ ਸੁਚੱਜੀ ਵਰਤੋਂ ਅੱਜ ਕੱਲ੍ਹ ਇੱਕ ਬਹੁਤ ਹੀ ਜਿਹੜਾ ਵਾ ਜ਼ਰੂਰੀ ਵਿਸ਼ਾ ਬਣ ਗਿਆ ਵਾ ਖੇਤੀਬਾੜੀ ਦੇ ਵਿੱਚ। ਸੋ ਮੈਂ ਸਾਰੇ ਹੀ ਕਿਸਾਨ ਵੀਰਾਂ ਨੂੰ ਅਪੀਲ ਕਰਦਾ ਕਿ 3 ਤਰ੍ਹਾਂ ਦੀਆਂ ਜਿਹੜੀਆਂ ਖਾਦਾਂ ਦਾ ਸੁਮੇਲ ਕਰਕੇ ਆਪਾਂ ਆਪਣੀ ਫਸਲਾਂ ਦੀ ਬਿਜਾਈ ਕਰ ਸਕਦੇ ਹਾਂ। ਉਹਨਾਂ ਦੇ ਵਿੱਚ ਪਹਿਲੇ ਨੰਬਰ 'ਤੇ ਜੈਵਿਕ ਖਾਦਾਂ, ਦੂਜੇ ਨੰਬਰ 'ਤੇ ਜੀਵਾਣੂ ਖਾਦ ਤੇ ਤੀਜੇ ਨੰਬਰ 'ਤੇ ਰਸਾਇਣਿਕ ਖਾਦਾਂ। ਕਿਉਂਕਿ ਰਸਾਇਣਿਕ ਖਾਦਾਂ ਦਾ ਜਿਹੜੀ ਵਰਤੋਂ ਹੈ ਉਹ ਬਹੁਤ ਜ਼ਿਆਦਾ ਹੋ ਰਹੀ ਹੈ। ਸੋ ਆਪਾਂ ਉਹ ਰਸਾਇਣਿਕ ਖਾਦਾਂ ਜਦੋਂ ਜ਼ਿਆਦਾ ਵਰਤਦੇ ਹਾਂ ਉਹ ਕਿਤੇ ਨਾ ਕਿਤੇ ਜਿਹੜੀ ਆ ਮਨੁੱਖੀ ਸਿਹਤ ਤੇ ਸਾਡੀ ਜ਼ਮੀਨ ਦੀ ਸਿਹਤ ਹੈ ਉਹਦੇ ਵਾਸਤੇ ਹਾਨੀਕਾਰਕ ਹੈ। ਸੋ ਜਿਹੜੀਆਂ ਇਹਨਾਂ ਤਿੰਨਾਂ ਜਿਹੜੀਆਂ ਖਾਦਾਂ ਜਿਸ ਤਰ੍ਹਾਂ ਦੀਆਂ ਮੈਂ ਦੱਸੀਆਂ, ਜੀਵਾਣੂ ਖਾਦ, ਜੈਵਿਕ ਖਾਦ ਤੇ ਰਸਾਇਣਿਕ ਖਾਦ, ਇਹਨਾਂ ਦੀ ਵਰਤੋਂ ਦੇ ਨਾਲ ਅਸੀਂ ਆਪਣੀ ਫਸਲ ਦਾ ਝਾੜ ਵੀ ਵੱਧ ਲੈ ਸਕਦੇ ਹਾਂ ਔਰ ਨਾਲ ਦੀ ਨਾਲ ਹੀ ਜਿਹੜੀ ਜ਼ਮੀਨ ਦੀ ਸਿਹਤ ਹੈ ਉਹਨੂੰ ਵੀ ਬਰਕਰਾਰ ਰੱਖ ਸਕਦੇ ਹਾਂ। ਸਭ ਤੋਂ ਪਹਿਲੇ ਨੰਬਰ 'ਤੇ ਜੇ ਗੱਲ ਕਰੀਏ ਜੈਵਿਕ ਖਾਦਾਂ ਦੀ, ਤੇ ਜੈਵਿਕ ਖਾਦਾਂ ਦੇ ਵਿੱਚ ਆਪਾਂ ਰੂੜੀ ਦੀ ਖਾਦ ਦੀ ਜਿਹੜੀ ਵਰਤੋਂ ਹੈ ਉਹ ਕਰ ਸਕਦੇ ਹਾਂ। ਪਰ ਕਿਸਾਨ ਵੀਰੋ, ਰੂੜੀ ਦੀ ਖਾਦ ਦੇ ਵਿੱਚ ਪੂਰੀ ਗਲੀ ਸੜੀ ਹੋਈ ਰੂੜੀ ਹੀ ਅਸੀਂ ਵਰਤਣੀ ਹੁੰਦੀ ਹੈ। ਆਮ ਤੌਰ 'ਤੇ ਦੇਖਣ ਦੇ ਵਿੱਚ ਆਇਆ ਕਿ ਜ਼ਿਆਦਾਤਰ ਕਿਸਾਨ ਵੀਰ ਜਿਹੜੀ ਹੈ ਰੂੜੀ ਹੈ ਉਹ ਉਹਨਾਂ ਦੀ ਪੂਰੀ ਗਲੀ ਨਹੀਂ ਹੁੰਦੀ ਔਰ ਉਹਦਾ ਸਾਨੂੰ ਕੋਈ ਜਿਹੜੇ ਉਹਦੇ ਵਿੱਚ ਤੱਤ ਆ ਪੂਰੇ ਨਹੀਂ ਮਿਲਦੇ। ਸੋ ਪੂਰੀ ਗਲੀ ਸੜੀ ਰੂੜੀ ਹੀ ਪਾਓ। ਉਸ ਤੋਂ ਬਾਅਦ ਕਿਉਂਕਿ ਹੁਣ ਕਣਕ ਦੀ ਵਾਢੀ ਤੋਂ ਬਾਅਦ ਤੇ ਝੋਨੇ ਦੀ ਬਿਜਾਈ ਤੋਂ ਪਹਿਲਾਂ ਆਪਣੇ ਕੋਲ ਕੋਈ ਲਗਭਗ 1.5 ਤੋਂ 2 ਮਹੀਨੇ ਦਾ ਟਾਈਮ ਹੁੰਦਾ ਹੈ। ਤੇ ਜੇ ਅਸੀਂ ਉਹ 2 ਮਹੀਨਿਆਂ ਦੇ ਵਿੱਚ ਆਪਾਂ ਹਰੀ ਖਾਦ ਦੀ ਵਰਤੋਂ ਕਰੀਏ ਤੇ ਮੇਰੇ ਖਿਆਲ 'ਚ ਉਹ ਬਹੁਤ ਫਾਇਦਾ ਹੋਏਗਾ। ਹਰੀ ਖਾਦ ਦੇ ਵਿੱਚ ਆਪਾਂ ਸਣ, ਜੰਤਰ ਜਾਂ ਢੈਂਚਾ ਜਾਂ ਸਣ ਤੇ ਜੰਤਰ ਦਾ 20-20 ਕਿਲੋ ਬੀਜ ਲੈ ਲੈਂਦੇ ਹਾਂ ਔਰ ਜਿਹੜੀ ਰਵਾਮ ਹੈ ਉਹਨਾਂ ਦਾ 12 ਕਿਲੋ ਬੀਜ ਲੈ ਕੇ ਅਸੀਂ ਉਹਨਾਂ ਦੀ ਹਰੀ ਖਾਦ ਕਰ ਲਈਏ। ਉਸ ਤੋਂ ਬਾਅਦ ਜਦੋਂ ਇਹ ਸਾਡੀ ਫਸਲ 40 ਤੋਂ 42 ਦਿਨ ਦੀ ਹੋ ਜਾਂਦੀ ਹੈ ਉਸ ਨੂੰ ਅਸੀਂ ਖੇਤ ਦੇ ਵਿੱਚ ਹੀ ਵਾਹ ਦਿੰਦੇ ਹਾਂ ਔਰ ਉਹਦੇ ਨਾਲ ਸਾਨੂੰ ਭਰਪੂਰ ਮਾਤਰਾ ਦੇ ਵਿੱਚ ਤੱਤ ਮਿਲਦੇ ਔਰ ਨਾਲ ਦੇ ਨਾਲ ਹੀ ਜ਼ਮੀਨ ਦੀ ਸਿਹਤ ਸੁਧਾਰ ਹੋ ਜਾਂਦਾ ਹੈ। ਇਸ ਤੋਂ ਬਾਅਦ ਆਪਣੇ ਕੋਲ ਹੋਰ ਵੀ ਜਿਹੜੀ ਜੈਵਿਕ ਖਾਦਾਂ ਜਿਵੇਂ ਕਿ ਮੁਰਗੀਆਂ ਦੀ ਖਾਦ, ਪ੍ਰੈਸ ਮੱਡ, ਪਰਾਲੀ ਤੋਂ ਤਿਆਰ ਕੀਤਾ ਬਾਇਓਚਾਰ, ਇਹ ਵੀ ਅਸੀਂ ਜਿਹੜੀ ਹੈ ਉਹ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਸਿਫਾਰਿਸ਼ ਕਰਦੀ ਹੈ ਔਰ ਇਸ ਦੇ ਨਾਲ ਸਾਡੇ ਜਿਹੜੀ ਹੈ ਰਸਾਇਣਿਕ ਖਾਦਾਂ ਦਾ ਬੋਝ ਹੈ ਉਹ ਘਟ ਜਾਂਦਾ। ਫਿਰ ਦੂਜੇ ਨੰਬਰ 'ਤੇ ਆਪਣੇ ਕੋਲ ਜੀਵਾਣੂ ਖਾਦ ਆ ਗਈ। ਹੁਣ ਟਾਈਮ ਟੂ ਟਾਈਮ ਹਰ ਫਸਲ ਦੇ ਵਿੱਚ ਲਗਭਗ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਜੀਵਾਣੂ ਖਾਦ ਤਿਆਰ ਕੀਤੀ ਜਾਂਦੀ ਹੈ। ਜਿੱਦਾਂ ਕਣਕ ਹੋ ਗਿਆ, ਹੁਣ ਮੱਕੀ, ਕਿਉਂਕਿ ਆਲੂ ਦੀ ਪਟਾਈ ਤੋਂ ਬਾਅਦ ਸਾਡੇ ਕਪੂਰਥਲੇ ਜ਼ਿਲ੍ਹੇ ਦੇ ਵਿੱਚ
ਮੱਕੀ ਦੀ ਬਿਜਾਈ ਹੋਣੀ ਆ। ਮੱਕੀ ਵਾਸਤੇ ਵੀ ਸਾਡੇ ਕੋਲ ਜਿਹੜਾ ਵਾ ਕੰਸੋਰਸ਼ੀਅਮ ਜਿਹੜੇ ਜੀਵਾਣੂ ਖਾਦ ਆ ਉਹ ਤਿਆਰ ਮਿਲਦੀ ਆ। ਉਹ 40 ਰੁਪਏ ਦਾ ਇੱਕ ਪੈਕਟ ਹੁੰਦਾ 1 ਕਿੱਲੇ ਵਾਸਤੇ, ਉਹ ਅਸੀਂ ਲਾ ਦਈਏ ਤੇ ਉਹਦੇ ਨਾਲ ਜਿਹੜਾ ਵਾ ਸਾਨੂੰ ਜਿਹੜੀਆਂ ਤੱਤਾਂ ਦੀ ਜਿਹੜੀ ਆ ਉਪਲਬਧਤਾ ਆ ਉਹ ਵੱਧ ਜਾਂਦੀ ਹੈ। ਸੋ ਤੀਜੇ ਨੰਬਰ ਤੇ ਰਸਾਇਣਕ ਖਾਦਾਂ ਆ ਗਈਆਂ। ਰਸਾਇਣਕ ਖਾਦਾਂ ਦੇ ਵਿੱਚ ਸਭ ਤੋਂ ਪਹਿਲੇ ਨੰਬਰ ਤੇ ਮੇਰੀ ਬੇਨਤੀ ਸਾਰੇ ਕਿਸਾਨ ਵੀਰਾਂ ਨੂੰ ਇਹੋ ਹੀ ਹੈ ਕਿ ਕੋਈ ਵੀ ਫਸਲ ਬੀਜਣੀ ਹੈ ਕਮ ਸੇ ਕਮ 2 ਜਾਂ 3 ਸਾਲ ਦੇ ਵਿੱਚ ਇੱਕ ਵਾਰੀ ਆਪਣੀ ਮਿੱਟੀ ਪਰਖ ਜ਼ਰੂਰ ਕਰਾਉਣ। ਮਿੱਟੀ ਪਰਖ ਕਰਾਉਣ ਵਾਸਤੇ ਸਾਡੇ ਕੋਲ ਕ੍ਰਿਸ਼ੀ ਵਿਗਿਆਨ ਕੇਂਦਰ ਕਪੂਰਥਲਾ ਵਿੱਚ ਕਣਕ ਦੀ ਬਿਜਾਈ ਤੋਂ ਪਹਿਲਾਂ ਜਾਂ ਕੋਈ ਵੀ ਝੋਨੇ ਦੀ ਬਿਜਾਈ ਤੋਂ ਪਹਿਲਾਂ ਜਾਂ ਕਿਸੇ ਵੀ ਫਸਲ ਦੀ ਬਿਜਾਈ ਤੋਂ ਪਹਿਲਾਂ ਉਹ ਆਪਣਾ ਮਿੱਟੀ ਦਾ ਨਮੂਨਾ ਲੈ ਕੇ, ਸਾਡੇ ਕੋਲ ਕ੍ਰਿਸ਼ੀ ਵਿਗਿਆਨ ਕੇਂਦਰ ਦੇ ਵਿੱਚ ਮਿੱਟੀ ਅਤੇ ਪਾਣੀ ਪਰਖ ਪ੍ਰਯੋਗਸ਼ਾਲਾ ਹੈ। ਅਸੀਂ ਉਹ ਕਿਸਾਨ ਵੀਰ ਦਾ ਮਿੱਟੀ ਦਾ ਨਮੂਨਾ ਟੈਸਟ ਕਰਕੇ ਉਹਦੇ ਉੱਪਰ ਹੀ ਖਾਦਾਂ ਦੀ ਸਿਫਾਰਿਸ਼ ਕਰ ਦਿੰਦੇ ਹਾਂ। ਔਰ ਮੇਰੀ ਇਹੋ ਹੀ ਬੇਨਤੀ ਹੈ ਕਿ ਸਿਫਾਰਿਸ਼ ਕੀਤੇ ਅਨੁਸਾਰ ਹੀ ਖਾਦਾਂ ਪਾਈਆਂ ਜਾਣ ਤਾਂ ਕਿ ਲੋੜ ਤੋਂ ਵੱਧ ਖਾਦਾਂ ਦੀ ਜਿਹੜੀ ਵਰਤੋਂ ਹੈ ਉਹਦਾ ਗਰੇਜ ਹੋ ਸਕੇ। ਸਾਡੇ ਕੋਲ ਲੈਬੋਰਟਰੀ ਹੈ, ਸਾਰਾ ਸਾਲ ਚੱਲਦੀ ਹੈ। ਸੋ ਸਾਰੇ ਹੀ ਕਿਸਾਨ ਵੀਰਾਂ ਨੂੰ, ਖਾਸ ਕਰਕੇ ਕਪੂਰਥਲੇ ਜ਼ਿਲ੍ਹੇ ਦੇ ਕਿਸਾਨ ਵੀਰਾਂ ਨੂੰ ਬੇਨਤੀ ਹੈ ਕਿ ਉਹ ਮੇਰੇ ਕੋਲ ਲੈਬੋਰਟਰੀ ਦੇ ਵਿੱਚ ਮਿੱਟੀ ਦੇ ਨਮੂਨੇ ਲੈ ਕੇ ਆਉਣ ਔਰ ਉਹਦੇ ਹਿਸਾਬ ਨਾਲ ਆਪਾਂ ਖਾਦਾਂ ਦੀ ਉਹਨਾਂ ਦੀ ਮਿਕਦਾਰ ਹੈ ਉਹ ਕਰ ਦਈਏ ਔਰ ਸਿਫਾਰਿਸ਼ ਕੀਤੀਆਂ ਹੀ ਖਾਦਾਂ ਪਾਉਣ। ਮੈਂ ਡਾਕਟਰ ਅਮਿਤ ਸਲਾਰੀਆ ਬਤੌਰ ਅਸਿਸਟੈਂਟ ਪ੍ਰੋਫੈਸਰ ਐਗਰੋਨਮੀ ਕ੍ਰਿਸ਼ੀ ਵਿਗਿਆਨ ਕੇਂਦਰ ਕਪੂਰਥਲਾ ਵਿਖੇ ਆਪਣੀਆਂ ਸੇਵਾਵਾਂ ਦੇ ਰਿਹਾ ਹਾਂ। ਮੈਂ ਅੱਜ ਕਿਸਾਨ ਵੀਰਾਂ ਨੂੰ ਦੱਸਣਾ ਚਾਹਾਂਗਾ ਕਿ ਆਪਾਂ ਖਾਦਾਂ ਦੀ ਵਰਤੋਂ ਕਿਵੇਂ ਸੁਚਾਰੂ ਢੰਗ ਨਾਲ ਕਰੀਏ, ਕਿਵੇਂ ਅਸੀਂ ਖਾਦਾਂ ਦੀ ਸੰਯੁਕਤ ਵਰਤੋਂ ਕਰੀਏ, ਕੱਲੀਆਂ ਰਸਾਇਣਿਕ ਖਾਦਾਂ ਤੇ ਅਸੀਂ ਨਾ ਡਿਪੈਂਡ ਕਰੀਏ, ਰਸਾਇਣਿਕ ਖਾਦਾਂ ਦੇ ਨਾਲ ਨਾਲ ਅਸੀਂ ਜੈਵਿਕ ਖਾਦਾਂ ਵੱਲ ਵੀ ਧਿਆਨ ਦਈਏ। ਸਭ ਨਾਲੋਂ ਪਹਿਲੇ ਅਸੀਂ ਹੁਣ ਝੋਨੇ ਦੀ ਗੱਲ ਕਰਦੇ ਹਾਂ। ਆਉਣ ਵਾਲੀ ਫਸਲ ਸਾਡੀ ਝੋਨਾ ਆ। ਝੋਨੇ ਦੇ ਵਿੱਚ ਅਸੀਂ ਰਸਾਇਣਿਕ ਖਾਦਾਂ ਦੇ ਨਾਲ ਜੈਵਿਕ ਖਾਦਾਂ ਦੀ ਵਰਤੋਂ ਵੀ ਕਰ ਸਕਦੇ ਹਾਂ। ਜੈਵਿਕ ਖਾਦਾਂ ਦੇ ਵਿੱਚ ਸਾਡੇ ਕੋਲ ਆ ਜਾਂਦਾ ਜੀ ਹਰੀ ਖਾਦ। ਹਰੀ ਖਾਦ ਦੇ ਵਿੱਚ ਸਾਡੇ ਕੋਲ 2-3 ਆਪਸ਼ਨਸ ਹੈਗੀਆਂ ਆ। ਸਭ ਨਾਲੋਂ ਪਹਿਲੇ ਤਾਂ ਸਾਡੇ ਕੋਲ ਆ ਜਾਂਦਾ ਜੰਤਰ, ਸਣ ਜਾਂ ਅਸੀਂ ਜਿਹੜੀ ਸੱਠੀ ਮੂੰਗੀ ਆ ਇਹਨੂੰ ਵੀ ਹਰੀ ਖਾਦ ਦੇ ਤੌਰ ਤੇ ਵਰਤ ਸਕਦੇ ਹਾਂ। ਜੰਤਰ ਜਾਂ ਸਣ ਜਿਹੜਾ ਆ ਇਹ ਅਸੀਂ ਕਣਕ ਦੀ ਵਾਢੀ ਤੋਂ ਬਾਅਦ ਇਹਦੀ ਬਿਜਾਈ ਕਰ ਸਕਦੇ ਹਾਂ। ਹੈਪੀ ਸੀਡਰ ਨਾਲ ਵੀ ਬੀਜ ਸਕਦੇ ਹਾਂ ਜਾਂ ਛੱਟਾ ਮਾਰ ਕੇ ਵੀ ਸਣ ਜਾਂ ਜੰਤਰ ਦੀ ਬਿਜਾਈ ਕਰ ਸਕਦੇ ਹਾਂ। 20 ਕਿਲੋ ਬੀਜ ਅਸੀਂ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਉਣਾ ਆ ਸਣ ਤੇ ਕੀ ਕਹਿੰਦਾ ਜੰਤਰ ਦੀ ਫਸਲ ਵਾਸਤੇ। ਤੇ ਇਹ ਬੀਜ ਨੂੰ ਅਸੀਂ ਅਗਰ ਭਿਉਂ ਲਈਏ ਤਾਂ ਇਹਦਾ ਜੰਮ ਵਧੀਆ ਥੋੜਾ ਹੋ ਜਾਂਦਾ ਹੈ। ਸੋ ਭਿਉਂ ਕੇ ਛੱਟਾ ਮਾਰ ਦਿਓ ਤਾਂ ਇਹ ਛੇਤੀ ਆਪਣੀ ਇਹ ਫਸਲ ਤੁਰਦੀ ਆ। ਉਸ ਤੋਂ ਬਾਅਦ ਲਗਭਗ ਇਹ ਫਸਲ ਜਦੋਂ ਕੋਈ 45 ਤੋਂ 50 ਦਿਨਾਂ ਦੀ ਹੋ ਜਾਂਦੀ ਹੈ, 7-8 ਹਫ਼ਤਿਆਂ ਦੀ ਹੋ ਜਾਂਦੀ ਆ, ਤਾਂ ਅਸੀਂ ਇਹਨੂੰ ਰੋਟਾਵੇਟਰੀਆਂ ਤਵੀਆਂ ਦੇ ਨਾਲ ਵਾਹ ਕੇ ਵਿੱਚ ਤੇ ਆਪਣੀ ਝੋਨੇ ਦੀ ਪਨੀਰੀ ਅਗਲੇ ਦਿਨ ਹੀ ਅਸੀਂ ਲਾ ਸਕਦੇ ਹਾਂ। ਸੋ ਇਸ ਸਣ ਤੇ ਜੰਤਰ ਦੇ ਨਾਲ ਸਾਡੀ ਲਗਭਗ 25 ਕਿਲੋ ਨਾਈਟ੍ਰੋਜਨ ਦੀ ਬਚਤ ਸਾਡੀ ਇਹ ਹੋ ਜਾਂਦੀ ਆ, ਉਹਦੀ ਪੂਰਤੀ ਕਰਦੀ ਆ। ਤੇ ਜੇ ਕਿ ਫਸਲ ਦੇ ਵਿੱਚ ਜੇ ਲੋਹੇ ਦੀ ਘਾਟ ਆਉਂਦੀ ਆ ਝੋਨੇ ਦੇ ਵਿੱਚ, ਤੇ ਜਿਹੜਾ ਆਪਣਾ ਜੰਤਰ ਹੈਗਾ ਆ ਇਹ ਲੋਹੇ ਦੀ ਘਾਟ ਦੀ ਵੀ ਪੂਰਤੀ ਕਰਦਾ ਆ। ਜ਼ਮੀਨ ਦੀ ਸਿਹਤ ਵਧੀਆ ਹੁੰਦੀ ਆ, ਜੈਵਿਕ ਮਾਦਾ ਜ਼ਮੀਨ ਦੇ ਵਿੱਚ ਵੱਧ ਜਾਂਦਾ ਆ। ਉਹਦੇ ਨਾਲ ਸਾਡੀ ਜ਼ਮੀਨ ਦੀ ਜਿਹੜੀਆਂ ਹੋਰ ਵੀ ਪ੍ਰੋਪਰਟੀਜ਼ ਸੋਇਲ ਦੀਆਂ, ਬਾਇਓਲੋਜੀਕਲ ਪ੍ਰੋਪਰਟੀਜ਼, ਜੀਵਾਣੂਆਂ ਦੀ ਜਿਹੜੀ ਸੰਖਿਆ ਆ ਉਹ ਸਾਰਾ ਕੁਝ ਉਹਦੇ ਵਿੱਚ ਸੁਧਾਰ ਹੁੰਦਾ ਆ। ਸੋ ਹਰੀ ਖਾਦ ਜ਼ਰੂਰ ਸਾਨੂੰ ਕਰਨੀ ਚਾਹੀਦੀ ਆ। ਇਸੇ ਤਰ੍ਹਾਂ ਸਣ ਨੂੰ ਵੀ ਅਸੀਂ ਹਰੀ ਖਾਦ ਦੇ ਤੌਰ ਤੇ ਵਰਤ ਸਕਦੇ ਹਾਂ। ਇਹ ਹਰੀ ਖਾਦ ਆਪਾਂ ਜੇ ਅਗਰ ਬਰਸਾਤੀ ਮੱਕੀ ਲਾਣੀ ਆ, ਸੌਣੀ ਰੁੱਤ ਦੀ ਮੱਕੀ ਲਾਉਣੀ ਆ, ਤਾਂ ਵੀ ਅਸੀਂ ਮੱਕੀ ਤੋਂ ਪਹਿਲੇ ਵੀ ਅਸੀਂ ਇਹ ਦੋਨੇ ਹਰੀਆਂ ਖਾਦਾਂ ਦੀ ਵਰਤੋਂ ਕਰ ਸਕਦੇ ਹਾਂ। ਮੱਕੀ ਦੀ ਲਵਾਈ ਤੋਂ ਲਗਭਗ ਤੁਸੀਂ ਕਹਿ ਲਓ ਕਿ 1 ਹਫ਼ਤਾ ਪਹਿਲੇ ਇਹਨੂੰ ਸਾਣੀ ਜਾਂ ਜੰਤਰ ਨੂੰ ਵਿੱਚੇ ਵਾਹ ਕੇ ਤੇ ਅਸੀਂ ਮੱਕੀ ਦੀ ਫਸਲ ਬੀਜ ਸਕਦੇ ਹਾਂ। ਉਸ ਤੋਂ ਬਾਅਦ ਆ ਜਾਂਦੀ ਹੈ ਸਾਡੇ ਕੋਲ ਰੂੜੀ ਦੀ ਖਾਦ। ਅਸੀਂ ਦੇਖਿਆ ਕਿ ਪਿੰਡਾਂ ਦੇ ਵਿੱਚ ਲੋਕ ਰੂੜੀ ਦੇ ਢੇਰ ਸੜਕਾਂ ਦੇ ਜਾਂ ਕਿਨਾਰਿਆਂ ਤੇ ਲਾ ਦਿੰਦੇ ਆ, ਓਪਨ 'ਚ ਹੀ ਉਹ ਲੱਗਦੇ ਆ। ਉਹਦੇ ਨਾਲ ਜਿਹੜੀ ਸਾਡੀ ਰੂੜੀ ਦੀ ਕੁਆਲਿਟੀ ਆ ਜਾਂ ਉਹਦੇ ਤੱਤ ਆ ਸਾਰੇ, ਉਹ ਲਗਭਗ ਮੀਂਹ ਹਨੇਰੀ ਦੇ ਵਿੱਚ ਜਾਂ ਸੂਰਜ ਦੀ ਗਰਮੀ ਦੇ ਨਾਲ ਉਹ ਤੱਤ ਸਾਰੇ ਉਹ ਖਤਮ ਹੁੰਦੇ ਜਾਂਦੇ ਆ। ਸੋ ਸਾਨੂੰ ਰੂੜੀ ਦੀ ਖਾਦ ਦੀ ਵੀ ਵਧੀਆ ਕੁਆਲਿਟੀ ਦੀ ਰੂੜੀ ਦੀ ਖਾਦ ਬਣਾਉਣੀ ਚਾਹੀਦੀ ਆ। ਉਹਦੇ ਵਾਸਤੇ ਅਸੀਂ ਟੋਏ ਪੱਟ ਲਈਏ, ਟੋਏ ਪੱਟ ਕੇ ਤੇ ਉਹਦੇ ਵਿੱਚ ਅਸੀਂ ਰੂੜੀ ਪਾਈ ਜਾਈਏ ਤੇ ਉਹ ਰੂੜੀ ਲਗਭਗ 5-6 ਮਹੀਨਿਆਂ ਤੱਕ ਉਹਨੂੰ ਟੋਏ ਨੂੰ ਬਾਅਦ 'ਚੋਂ ਅਸੀਂ ਲਿਪ ਲੈਂਦੇ ਉੱਪਰੋਂ ਦੀ। ਉਹ ਲਿਪਣ ਤੋਂ ਬਾਅਦ ਉਹ 5-6 ਮਹੀਨਿਆਂ ਤੱਕ ਉਹ ਰੂੜੀ ਵਧੀਆ ਗਲੀ ਸਲੀ ਰੂੜੀ ਉਹ ਤਿਆਰ ਹੋ ਜਾਂਦੀ ਆ। ਸੋ ਉਹ ਰੂੜੀ ਦੀ ਖਾਦ ਨੂੰ ਵੀ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ, ਉਪਰਾਲੇ ਕਰਨੇ ਚਾਹੀਦੇ ਆ ਕਿ ਲਗਭਗ ਅਸੀਂ ਰੂੜੀ ਦੀ ਖਾਦ ਦੀ ਵੀ ਵਰਤੋਂ ਅਸੀਂ ਕਰੀਏ।
ਉਸ ਤੋਂ ਬਾਅਦ ਮੂੰਗੀ ਹੈ ਜਿਹੜੀ ਸੱਠੀ ਮੂੰਗੀ ਆ, ਸੱਠੀ ਮੂੰਗੀ ਦੀ ਫਸਲ ਵੀ ਸਾਨੂੰ ਮਤਲਬ ਕਣਕ ਤੋਂ ਬਾਅਦ ਅਸੀਂ ਬਿਜਾਈ ਕਰ ਸਕਦੇ ਹਾਂ। ਉਹ ਮੂੰਗੀ ਦੀਆਂ ਫਲੀਆਂ ਅਸੀਂ ਜਦੋਂ ਤੋੜ ਲੈਂਦੇ ਹਾਂ ਤੇ ਉਹ ਮੂੰਗੀ ਦੀ ਫਸਲ ਨੂੰ ਅਸੀਂ ਜਿਹੜਾ ਟਾਂਗਰ ਆ ਉਹਨੂੰ ਵਿੱਚੇ ਵਾਹ ਕੇ ਅਸੀਂ ਉਸ ਤੋਂ ਬਾਅਦ ਵੀ ਆਪਾਂ ਝੋਨੇ ਜਾਂ ਮੱਕੀ ਬੀਜ ਸਕਦੇ ਹਾਂ। ਸੋ ਮੂੰਗੀ ਦੀ ਫਸਲ ਦੇ ਨਾਲ ਵੀ, ਫਲੀਦਾਰ ਫਸਲ ਆ ਮੂੰਗੀ ਦੀ, ਉਹਦੇ ਨਾਲ ਵੀ ਸਾਡੀਆਂ ਜਿਹੜੀਆਂ ਆ ਜ਼ਮੀਨ ਦੀ ਸਿਹਤ ਵੱਲ ਸੁਧਾਰ ਹੁੰਦਾ ਆ। ਉਹਦੀਆਂ ਫਿਜ਼ੀਕਲ ਜਿਹਨੂੰ ਕਹਿੰਦੇ ਆ ਭੌਤਿਕ ਤੇ ਕੈਮੀਕਲ ਰਸਾਇਣਕ ਤੇ ਜਿਹੜੀਆਂ ਜੈਵਿਕ ਪ੍ਰੋਪਰਟੀਜ਼ ਆ ਉਹ ਜ਼ਮੀਨ ਦੀਆਂ ਉਹਦੇ ਵਿੱਚ ਵੀ ਸੁਧਾਰ ਹੁੰਦਾ ਆ। ਬਾਕੀ ਸਾਨੂੰ ਇਹ ਚਾਹੀਦਾ ਕਿ ਅਸੀਂ ਕੱਲੀਆਂ ਰਸਾਇਣਿਕ ਖਾਦਾਂ ਤੇ ਨਾ ਡਿਪੈਂਡ ਕਰੀਏ, ਅਸੀਂ ਨਾਲ ਦੇ ਨਾਲ ਆਪਾਂ ਜੈਵਿਕ ਖਾਦਾਂ ਵੱਲ ਵੀ ਜਾਈਏ। ਗੰਡੋਏ ਦੀ ਖਾਦ ਦੀ ਵੀ ਅਸੀਂ ਵਰਤੋਂ ਕਰ ਸਕਦੇ ਹਾਂ, ਜਾਂ ਹੋਰ ਕੈਸਟਰ ਕੇਕ ਹੈਗਾ ਆ ਉਹਦੀ ਵੀ ਵਰਤੋਂ ਕਰ ਸਕਦੇ ਹਾਂ। ਸੋ ਇਹਨਾਂ ਸਾਰੀਆਂ ਦੀ ਸੰਯੁਕਤ ਵਰਤੋਂ ਦੇ ਨਾਲ ਹੀ ਅਸੀਂ ਆਪਣੀਆਂ ਰਸਾਇਣਿਕ ਖਾਦਾਂ ਦੇ ਡਿਪੈਂਡੈਂਸ ਘਟਾ ਸਕਦੇ ਹਾਂ ਤੇ ਖਰਚਾ ਵੀ ਘਟਾ ਸਕਦੇ ਹਾਂ, ਪਲੱਸ ਆਪਣੀ ਜਿਹੜੀ ਸਿਹਤ ਹੈ ਉਹਦੇ ਵਿੱਚ ਵੀ ਵਾਧਾ ਕਰ ਸਕਦੇ ਹਾਂ ਤੇ ਜ਼ਮੀਨ ਦੀ ਸਿਹਤ 'ਚ ਵੀ ਸੁਧਾਰ ਕਰ ਸਕਦੇ ਹਾਂ। ਅੱਜ ਕੱਲ੍ਹ ਜਿਵੇਂ ਜਿਹੜੀਆਂ ਕੈਮੀਕਲ ਦੀ ਜਿਹੜੀ ਲੋੜ ਤੋਂ ਵਾਧੂ ਵਰਤੋਂ ਆ ਉਹਦੇ ਬਾਰੇ ਵੀ ਸਾਨੂੰ ਸੋਚਣਾ ਪੈਣਾ ਆ। ਲੋਕੀ ਜੈਵਿਕ ਖੇਤੀ ਵੱਲ ਵੀ ਅੱਜ ਕੱਲ੍ਹ ਰੁਝਾਨ ਵਧਿਆ ਆ। ਅਵੇਅਰਨੈਸ ਲੋਕਾਂ ਦੇ ਵਿੱਚ ਆਈ ਹੈ ਕਿ ਅਸੀਂ ਘੱਟੋ ਘੱਟ ਆਪਣੀ ਖਾਣ ਵਾਲੀ ਫਸਲ ਆ ਜਿਹੜੀ ਅਸੀਂ ਖਾਂਦੇ ਆ ਉਹ ਤਾਂ ਘੱਟੋ ਘੱਟ ਆਪਾਂ ਆਰਗੈਨਿਕ ਤਰੀਕੇ ਨਾਲ ਉਗਾਈਏ, ਜੈਵਿਕ ਤਰੀਕੇ ਨਾਲ ਉਗਾਈਏ। ਉਹਦੇ ਵਿੱਚ ਘੱਟੋ ਘੱਟ ਆਪਾਂ ਐਗਰੋ ਕੈਮੀਕਲਸ ਘੱਟ ਤੋਂ ਘੱਟ ਉਹਦੀ ਵਰਤੋਂ ਕਰੀਏ। ਯੂਨੀਵਰਸਿਟੀ ਦੀਆਂ ਜਿੰਨੀਆਂ ਵੀ ਸਿਫਾਰਿਸ਼ ਕੀਤੀਆਂ ਹੋਈਆਂ ਆ ਸਿਫਾਰਿਸ਼ਾਂ ਆ ਉਸ ਹਿਸਾਬ ਨਾਲ ਹੀ ਤੁਰੀਏ। ਜਿੰਨੀ ਮਿਕਦਾਰ ਲਿਖੀ ਆ ਉਨੀ ਹੀ ਪਾਈਏ ਜਿਹੜੇ ਕੈਮੀਕਲਾਂ ਦੀ ਜਾਂ ਖਾਦਾਂ ਦੀ, ਤਾਂ ਜੋ ਉਹਦੇ ਖਾਦਾਂ ਦੇ ਜੇ ਅਸੀਂ ਵੱਧ ਪਾਵਾਂਗੇ ਤਾਂ ਉਹ ਖਾਦਾਂ ਤੇ ਕੈਮੀਕਲਾਂ ਦੇ ਅੰਸ਼ ਸਾਡੀ ਜਿਣਸ ਦੇ ਵਿੱਚ ਆਉਣਗੇ, ਸਾਡੇ ਖਾਣ ਵਾਲੇ ਪ੍ਰੋਡਕਟ ਦੇ ਵਿੱਚ ਜਿਹੜਾ ਐਂਡ ਪ੍ਰੋਡਕਟ ਆ ਉਹਦੇ ਵਿੱਚ ਵੀ ਉਹ ਅੰਸ਼ ਆਉਣਗੇ ਤੇ ਉਹ ਸਾਡੀ ਸਿਹਤ ਲਈ, ਈਵਨ ਸਾਡੇ ਵਾਤਾਵਰਣ ਲਈ ਵੀ ਉਹ ਨੁਕਸਾਨਦੇਹ ਆ। ਹੁਣ ਜਿੱਦਾਂ ਪੰਜਾਬ ਦੇ ਵਿੱਚ ਤੁਸੀਂ ਵੇਖਿਆ ਕਿ ਜਿਹੜੀ ਯੂਰੀਆ ਦੀ ਵਰਤੋਂ ਆ ਉਹ ਕਾਫੀ ਹੱਦ ਤੱਕ ਵੱਧ ਆ। ਉਹਦੇ ਨਾਲ ਕੀ ਆ ਕਿ ਸਾਡਾ ਜਿਹੜਾ ਨਾਈਟ੍ਰੇਟ ਉਹ ਜ਼ਮੀਨ ਦੇ ਵਿੱਚ ਵੀ ਉਹ ਨਾਈਟ੍ਰੇਟ ਤੱਤ ਕਾਫੀ ਚਲਾ ਗਿਆ। ਉਹ ਅੰਡਰਗਰਾਊਂਡ ਸਾਡਾ ਵਾਟਰ ਆ ਉਹਨੂੰ ਵੀ ਨੁਕਸਾਨ ਦਿੰਦਾ ਆ, ਪਲੱਸ ਸਾਡੀ ਸਿਹਤ ਲਈ, ਪਲੱਸ ਸਾਡੇ ਪਸ਼ੂਆਂ ਲਈ, ਸਾਰਿਆਂ ਲਈ, ਉਹ ਵਾਤਾਵਰਣ ਲਈ ਵੀ ਉਹ ਨੁਕਸਾਨਦੇਹ ਆ। ਸੋ ਸਾਨੂੰ ਇਹ ਉਪਰਾਲਾ ਕਰਨਾ ਚਾਹੀਦਾ ਕਿ ਖਾਦਾਂ ਦੀ ਸੰਯੁਕਤ ਵਰਤੋਂ ਕਰੀਏ, ਸੰਜਮ ਨਾਲ ਵਰਤੋਂ ਕਰੀਏ। ਜਦੋਂ ਸਿਫਾਰਿਸ਼ ਕੀਤੀ ਜਾਵੇ, ਜਿਸ ਹਿਸਾਬ ਨਾਲ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਸਿਫਾਰਿਸ਼ਾਂ ਹੈਗੀਆਂ ਉਹਨਾਂ ਦੀ ਇਨ-ਬਿਨ ਪਾਲਣਾ ਕਰੀਏ ਤਾਂ ਜੋ ਅਸੀਂ ਆਪਣੇ ਜਿਹਨੂੰ ਕਹਿ ਸਕਦੇ ਹਾਂ ਆਪਣਾ ਖਰਚੇ ਘਟਾ ਸਕੀਏ ਤੇ ਆਪਣੇ ਵਾਤਾਵਰਣ ਵਾਸਤੇ ਆਪਾਂ ਇੱਕ ਜਿਹਨੂੰ ਕਹਿ ਸਕਦੇ ਹਾਂ ਇੱਕ ਕਦਮ ਅੱਗੇ ਵਧਾਈਏ ਤਾਂ ਕਿ ਆਪਾਂ ਆਪਣੇ ਵਾਤਾਵਰਣ ਬਾਰੇ, ਵਾਤਾਵਰਣ ਦਾ ਜਿਹਨੂੰ ਕਹਿ ਸਕਦੇ ਹਾਂ ਉਹਦਾ ਧਿਆਨ ਰੱਖੀਏ। ਕਿਸਾਨ ਵੀਰੋ, ਗੱਲਾਂ ਨਿੱਕੀਆਂ ਨਿੱਕੀਆਂ ਨੇ, ਇਹ ਸਾਰੀਆਂ ਗੱਲਾਂ ਜਦੋਂ ਅਸੀਂ ਲਾਗੂ ਕਰਨੇ ਆ, ਯਕੀਨ ਮੰਨੋ ਮਿੱਟੀ ਪਰਖ ਕਰਵਾਉਂਦੇ ਆ ਜਿਸ ਤਰ੍ਹਾਂ ਮਾਹਿਰ ਕਹਿੰਦੇ ਨੇ, ਤੇ ਲੋੜ ਅਨੁਸਾਰ ਖਾਦਾਂ ਦਾ ਇਸਤੇਮਾਲ ਕਰਨੇ ਆ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀਆਂ ਸਿਫਾਰਿਸ਼ਾਂ ਮੁਤਾਬਕ ਕਰਨੇ ਆ, ਤੇ ਝਾੜ ਦੀ ਕੁਆਲਿਟੀ ਵੀ ਵੱਧਦੀ ਏ, ਕੁਆਂਟੀਟੀ ਵੀ ਵੱਧਦੀ ਏ, ਤੇ ਨਤੀਜੇ ਵਜੋਂ ਸਾਨੂੰ ਆਮਦਨੀ ਵੱਧਦੀ ਏ। ਸੋ ਆਸ ਹੈ ਕਿ ਇਹ ਜਾਣਕਾਰੀ ਤੁਹਾਡੇ ਵਾਸਤੇ ਫਾਇਦੇਮੰਦ ਸਾਬਤ ਹੋਏਗੀ। ਬਹੁਤ ਬਹੁਤ ਮਿਹਰਬਾਨੀ ਜੀ।